ਸ਼ੌਂਕ ਰੱਖਦੇ ਨੇ, ਵੱਖ-ਵੱਖ ਕੋਠੀਆਂ ਬਣਾਉਂਦੇ ਨੇ, ਖਾਸ ਕਰ ਬਾਹਰ ਗਏ ਹੋਏ ਨੇ, ਤੇ ਇੱਥੇ ਟੈਂਟ ਦੇ ਵਿੱਚ ਪੈਣਾ ਕਿਵੇਂ ਲੱਗਦਾ ਤੁਹਾਨੂੰ? ਹਾਂ, ਕੋਠੀ ਨਾਲ ਵੀ ਵਧੀਆ ਮਾਹੌਲ ਆ, ਇੱਕਦਮ ਵਧੀਆ। ਬਸ ਇੱਥੇ ਇਹੀ ਚੱਲਦਾ ਵੀ ਚੜ੍ਹਦੀ ਕਲਾ 'ਚ ਰਹਿਣਾ ਵਾ, ਬਸ ਡੋਲਣਾ ਨਹੀਂਗਾ, ਨਾ ਕੋਈ ਮੰਨ ਲਓ ਹੁੱਲੜਬਾਜੀ ਨਹੀਂ ਕੁਝ ਵੀ ਕਰਨੀ। ਘਰੋਂ ਚੱਲੇ ਸੀ ਪੁੱਤ ਤੇ ਪੋਤੀਆਂ ਨੇ ਕੋਈ ਗੱਲਬਾਤ ਕਹੀ ਹੋਊਗੀ ਵੀ ਬਾਪੂ ਵਾਪਸ ਆ ਜੀ ਜਲਦੀ, ਉਹੀ ਕੰਮ ਨਾ ਹੋਵੇ। ਕਹਿੰਦੇ ਹੁੰਦੇ ਆ ਵੀ ਬਾਪੂ ਜੀ ਅਸੀਂ ਵੀ ਜਾਣਾ, ਉਹ ਨਾਲ ਆਪ ਤਿਆਰ ਸੀਗੇ। ਇਹ ਹੈਗਾ ਵਾ ਬੜਾ ਕੁੱਤਾ ਬੰਦਾ ਵਾ, ਇਹ ਛੇਤੀ ਮੰਨਣ ਵਾਲਾ ਨਹੀਂ ਹੈਗਾ। LED ਲਾਈਟਾਂ ਲਾਤੀਆਂ ਵਾ, ਮਤਲਬ ਸੋਲੋ ਸਿਸਟਮ ਲਾਤਾ ਵਾ ਸਾਰਾ, ਅਸੀਂ ਨਾ ਮਤਲਬ ਨਹੀਂ ਹੋਣਾ ਹੈਗਾ, ਜਾਵਾਂਗੇ ਨਹੀਂ ਉੱਦਾਂ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ। ਇੰਟਰਨੈਟ ਬੰਦ ਕਰ ਦਿੱਤਾ ਗਿਆ, ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਇੰਟਰਨੈਟ ਦੀ ਕੋਈ ਪਰਵਾਹ ਨਹੀਂ ਗੀ। ਸਾਡੇ ਬੱਚੇ ਜਿਹੜੇ ਆ, ਪਰਿਵਾਰ ਸਾਡੇ ਪਿੱਛੇ ਪੂਰੇ ਕੰਮਕਾਰ ਸਾਂਭ ਰਹੇ ਆ ਸਾਡੇ। ਅਸੀਂ ਪੂਰੇ ਚੜ੍ਹਦੀ ਕਲਾ ਦੇ ਵਿੱਚ ਆ ਇੱਥੇ, ਜਿੰਨੇ ਵੀ ਗੁਰਸਿੱਖ ਵਾ ਅਸੀਂ। ਹਾਂਜੀ ਬਿਲਕੁਲ, ਕਿਸਾਨ ਜਿੱਦਾਂ ਪੁੱਤ ਜਿਹੜਾ ਵਾ ਇਹ ਗਰਮੀ ਦੇ ਵਿੱਚ ਤਪਿਆ ਹਵਾ, ਸਿੱਖੀ ਜਿਹੜੀ ਆ ਉਹ ਤਪ ਕੇ ਮਿਲਦੀ ਆ। ਕੁਰਬਾਨੀਆਂ ਗੁਰੂਆਂ ਨੇ ਦਿੱਤੀਆਂ ਬਹੁਤ, ਤਵੀ ਤੇ ਕਰੀ ਬੰਦ ਕਟਵਾਇਆ ਗੁਰੂਆਂ ਦਾ। ਸਿੱਖੀ ਦੀ ਜਿਹੜੀ ਸਿੱਖੀ ਕੌਮ ਆ, ਸਿੱਖ ਕੌਮ ਆ, ਇਹ ਕਦੀ ਵੀ ਡੋਲਦੀ ਨਹੀਂ ਗੀ। ਕਿੰਨਾ ਪਿਆਰਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਕਿਹਾ ਜਾਂਦਾ ਹੈ, ਤੇ ਇਹ ਰਾਜ ਜਿਹੜੇ ਹੁਣ ਇੱਥੇ ਤੁਸੀਂ ਦੇਖ ਰਹੇ ਹੋ, ਜਿੰਨੀ ਤੁਹਾਡੀ ਉਮਰ ਹੈ, ਕੋਈ ਤੁਹਾਨੂੰ ਚੰਗਾ ਵੀ ਲੀਡਰ ਮਿਲਿਆ ਲੱਗਿਆ ਹੋਵੇ ਵੀ ਇਹ ਰਾਜ ਵਾਕਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭੋਗ ਰਹੇ ਆ? ਨਹੀਂ ਵੀਰ ਜੀ, ਕੋਈ ਸਾਨੂੰ ਚੰਗਾ ਨਹੀਂ ਰਾਜ ਮਿਲਿਆ। ਇਹ ਤੋਂ ਤਾਂ ਅੰਗਰੇਜ਼ਾਂ ਦਾ ਕਾਨੂੰਨ ਜਿਹੜਾ ਉਹ ਵਧੀਆ ਸੀ ਸਾਨੂੰ। ਕਿਉਂਕਿ ਕਿਸਾਨੀ ਤੋਂ ਉੱਪਰ ਕੋਈ ਨਹੀਂ। ਸਾਡੇ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਧਰਮ ਕਿਸਾਨੀ ਦੱਸਿਆ, ਉਹਨਾਂ ਨੇ ਵੀ ਖੁਦ ਹਲ ਚਲਾਏ ਖੇਤਾਂ ਵਿੱਚ, ਸਾਨੂੰ ਕਿਰਤ ਕਰਨੀ ਦੱਸੀ ਆ ਜੀ। ਖਾੜਿਆਂ ਦੇ ਵਿੱਚ ਘੁਲਣਾ, ਅੱਜ ਇੱਥੇ ਸਰਕਾਰ ਦੇ ਲਈ ਨਾਲ ਤੁਸੀਂ ਜਿਹੜਾ ਹੈਗਾ ਉਹ ਦੋ ਹੱਥ ਕਰਨ ਦੇ ਲਈ ਆਏ ਹੋ। ਉੱਥੇ ਕਬੱਡੀ ਦੀ ਸਾਂਝ ਪੈਂਦੀ ਸੀਗੀ, ਇੱਥੇ ਕਿਸਾਨੀ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਕਿਵੇਂ ਲੱਗਦਾ? ਇਹ ਤਾਂ ਬਹੁਤ ਵੱਡਾ ਘੋਲ ਆ ਭਾਜੀ ਆਪਣੇ ਯੋਧਿਆਂ ਦਾ, ਤੇ ਉਹਦੇ 'ਚ ਹਾਜ਼ਰ ਹੋਏ ਆ ਹੁਣ। ਨਾ ਜ਼ਮੀਰ ਦੇ ਸੌਦੇ ਕਰਾਂਗੇ, ਭਾਵੇਂ ਠੰਡ ਵਿੱਚ ਠਰਾਂਗੇ। ਇਤਿਹਾਸ ਫਰੋਲ ਨਹੀਂ ਸਰਕਾਰੇ, ਨਾ ਬਹੁਤੀਆਂ ਗੱਲਾਂ ਕਰਾਂਗੇ। ਸੱਚ ਦੀ ਹੁੰਦੀ ਜਿੱਤ, ਝੂਠ ਰਹਿੰਦਾ ਡਰਦਾ। ਕਿੱਥੇ ਗਏ ਬਾਬਰ ਵਰਗੇ, ਸਮਾਂ ਗਵਾਹੀ ਭਰਦਾ। ਭੰਨਣੀ ਆਉਂਦੀ ਸਾਨੂੰ ਅੜੀ ਸਰਕਾਰਾਂ ਦੀ, ਚੰਗੀ ਤਰ੍ਹਾਂ ਨਬਜ ਪਛਾਣਦੇ ਹਾਂ ਦੇਸ਼ ਦੇ ਗਦਾਰਾਂ ਦੀ। ਸਤਿ ਸ੍ਰੀ ਅਕਾਲ ਜੀ, ਸੁਰਖਾਬ ਟੀਵੀ ਦੇਖ ਰਹੇ ਹੋ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ। ਪਹਿਲੇ ਦਿਨ ਤੋਂ ਗਰਾਊਂਡ ਜ਼ੀਰੋ ਦੇ ਉੱਪਰ ਅਸੀਂ ਵਿਚਰ ਰਹੇ ਹਾਂ। ਗਰਾਊਂਡ ਦੇ ਉੱਪਰ ਕੀ ਗੱਲਾਂ ਬਾਤਾਂ ਚੱਲਦੀਆਂ ਨੇ, ਇਸ ਵੇਲੇ ਕੁੰਡਲੀ ਬਾਰਡਰ ਤੇ ਮੌਜੂਦ ਹਾਂ। ਸਾਹਮਣੇ ਤੁਸੀਂ ਟੈਂਟ ਦੇਖ ਸਕਦੇ ਹੋ, ਦੁਆਬੇ ਵਾਲਿਆਂ ਦਾ ਟੈਂਟ ਲਾਇਆ ਹੋਇਆ ਹੈ। ਦੁਆਬੇ ਵਾਲੇ ਤੁਹਾਨੂੰ ਪਤਾ ਹੀ ਹੈ ਵੀ ਕੋਠੀਆਂ ਜਿਹੜੀਆਂ ਬਣਾਉਣ ਦੇ ਵਿੱਚ ਬੜੇ ਮਸ਼ਹੂਰ ਨੇ। ਆਪਣੇ ਘਰਾਂ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ ਜਿਹੜੇ ਵਿਚਰਦੇ ਹੋਏ ਆ, ਇਹ ਸ਼ੌਂਕ ਪੂਰਾ ਕਰ ਰਹੇ। ਪਿੰਡ ਡਡਵਿੰਡੀ ਤੋਂ ਇਹ ਵੀਰ ਆਏ ਨੇ। ਤੁਸੀਂ ਦੇਖੋ ਇਹਨਾਂ ਨੇ ਕਿੰਨਾ ਸੋਹਣਾ ਜਿਹੜਾ ਬਿਲਕੁਲ ਸਾਹਮਣੇ ਟੈਂਟ ਬਣਾਇਆ ਹੋਇਆ, ਤੇ ਟੈਂਟ ਦੇ ਵਿੱਚ ਜਾ ਕੇ ਆਪਾਂ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਨੀ ਹੈ ਵੀ ਗਰਾਊਂਡ ਦੇ ਉੱਪਰ ਕਿੱਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਗਰਾਊਂਡ ਜ਼ੀਰੋ ਦੀਆਂ ਕੀ ਰਿਪੋਰਟਾਂ ਨੇ, ਇਹ ਇੱਥੇ ਪਹੁੰਚੇ ਨੇ, ਕਿਵੇਂ ਮਾਹੌਲ ਇਹਨਾਂ ਨੂੰ ਇੱਥੇ ਲੱਗ ਰਿਹਾ, ਕੀ ਕਿਸਾਨ ਜਿਹੜੇ ਨੇ ਉਹ ਬਹੁ ਗਿਣਤੀ ਦੇ ਵਿੱਚ ਇੱਥੇ ਆ ਰਹੇ ਨੇ ਜਾਂ ਕਿਸਾਨਾਂ ਦੀ ਗਿਣਤੀ ਜਿਹੜੀ ਘਟ ਗਈ ਹੈ। ਇੱਦਾਂ ਦੇ ਅਨੇਕਾਂ ਜਿਹੜੇ ਨੇ ਉਹ ਸਵਾਲ ਹੋਣਗੇ। ਵੀਰ ਜਿਹੜੇ ਨੇ ਦੁਆਬੇ ਵਾਲੇ ਸਾਡੇ ਨਾਲ ਬੈਠੇ ਆ, ਕੋਸ਼ਿਸ਼ ਕਰਦੇ ਆ ਇਹਨਾਂ ਨਾਲ ਗੱਲਬਾਤ ਕਰਨ ਦੀ। ਬੜਾ ਸੋਹਣਾ ਇਹਨਾਂ ਨੇ ਆਰਾਮਦਾਇਕ ਜਿਹੜਾ ਟੈਂਟ ਬਣਾਇਆ ਹੋਇਆ, ਗੱਲਬਾਤ ਕਰਦੇ ਆ ਵੀਰ ਜੀ ਹੁਣਾਂ ਨਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਕਿਵੇਂ ਲੱਗਦਾ ਜੀ ਇੱਥੇ ਮਾਹੌਲ? ਦੁਆਬੇ ਵਾਲੇ ਕੋਠੀਆਂ ਬਣਾਉਣ ਦੇ ਵਿੱਚ ਬੜੇ ਮਸ਼ਹੂਰ ਨੇ, ਸ਼ੌਂਕ ਰੱਖਦੇ ਨੇ, ਵੱਖ-ਵੱਖ ਕੋਠੀਆਂ ਬਣਾਉਂਦੇ ਨੇ, ਖਾਸ ਕਰ ਬਾਹਰ ਗਏ ਹੋਏ ਨੇ, ਤੇ ਇੱਥੇ ਟੈਂਟ ਦੇ ਵਿੱਚ ਪੈਣਾ ਕਿਵੇਂ ਲੱਗਦਾ ਤੁਹਾਨੂੰ? ਇੱਥੇ ਬਹੁਤ ਵਧੀਆ ਮਾਹੌਲ ਆ ਵੀਰ ਜੀ, ਕੋਈ ਟੈਂਟ 'ਚ ਐ ਪੂਰੀ ਮੌਜ ਆ। ਹਾਂ, ਕੋਠੀ ਨਾਲ ਵੀ ਵਧੀਆ ਮਾਹੌਲ ਆ, ਇੱਕਦਮ ਵਧੀਆ। ਹਾਂ, ਨਜ਼ਾਰੇ ਵੱਜੇ ਹੋਏ ਆ ਇੱਥੇ, ਆਸੇ ਪਾਸੇ ਮੇਲਾ ਲੱਗਾ ਹੋਇਆ ਪੂਰਾ ਜੀ। ਕਿਵੇਂ ਲੱਗਦਾ ਇੱਥੇ ਦਾ ਮਾਹੌਲ? ਤੁਸੀਂ ਪਿੰਡੋਂ ਚੱਲ ਕੇ ਇੱਥੇ ਪਹੁੰਚੇ ਹੋ, ਕਿਵੇਂ ਲੱਗਿਆ ਇੱਥੋਂ ਤੁਹਾਨੂੰ? ਜਿਹੜਾ ਹੈਗਾ 10 ਕਿਲੋਮੀਟਰ ਤੁਸੀਂ ਚੱਲ ਕੇ ਇੱਥੇ ਆਏ ਹੋਵੋਗੇ, ਕਿਵੇਂ ਲੱਗੀ ਤੁਹਾਨੂੰ? ਇੱਥੇ ਲੋਕਾਂ 'ਚ ਵਿਚਰੇ ਹੋਵੋਗੇ, ਕੀ ਲੋਕਾਂ ਦੀਆਂ ਫੀਲਿੰਗਾਂ ਨੇ, ਤੁਹਾਨੂੰ ਕਿਵੇਂ ਮਹਿਸੂਸ ਹੁੰਦਾ? ਲੋਕ ਪੂਰੇ ਉਤਸ਼ਾਹ ਵਿੱਚ ਆ। ਉਹ ਇੱਥੋਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਹੀ ਜਾਣਗੇ। ਇਹ ਸਰਕਾਰ ਨੇ ਸੋਚਿਆ ਸੀ ਵੀ ਅਸੀਂ 26 ਤਰੀਕ ਤੋਂ ਬਾਅਦ 'ਚ ਸ਼ਾਇਦ ਇਹ ਵਾਪਸ ਮੁੜ ਜਾਣਗੇ, ਪਰ 26 ਤੋਂ ਬਾਅਦ 'ਚ ਇੱਥੇ ਦੁੱਗਣਾ ਰਸ਼ ਹੈਗਾ, ਦੁੱਗਣੇ ਕਿਸਾਨ ਹੋ ਗਏ ਆ ਹੁਣ, ਤੇ ਇਹ ਕਾਨੂੰਨ ਵਾਪਸ ਕਰਾ ਕੇ ਹੀ ਜਾਣਗੇ। ਆਮ ਗੱਲਾਂ ਨੇ ਜਿਹੜੀਆਂ ਉਹ 26 ਤਰੀਕ ਤੋਂ ਬਾਅਦ 'ਚ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਵੀ ਲੋਕ ਨੇ ਜਿਹੜੇ ਖਾਸ ਕਰ ਕਿਸਾਨ ਉਹ ਪੰਜਾਬ ਨੂੰ, ਹਰਿਆਣੇ ਨੂੰ ਮੁੜਨਾ ਸ਼ੁਰੂ ਹੋ ਗਏ ਨੇ। ਪਰ ਅਸੀਂ ਜਦੋਂ ਗਰਾਊਂਡ ਜ਼ੀਰੋ ਤੇ ਆ ਕੇ ਦੇਖਿਆ ਤੇ ਇੱਥੇ ਹਜ਼ਾਰਾਂ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹਿਲਾਂ ਦੀ ਤਰ੍ਹਾਂ ਬੈਠੇ ਨੇ। ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ?
ਇੱਥੇ ਵੀਰ ਜੀ ਪਹਿਲਾਂ ਨਾ ਵੀ ਜ਼ਿਆਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹੁਣ। ਮੈਂ ਦੇਖਿਆ 20-20 ਕਿਲੋਮੀਟਰ ਤੋਂ ਲਾਈਨ ਲੱਗੀ ਹੋਈ ਆ ਹੁਣ। ਤਾਂ ਇਹੋ ਜਿਹਾ ਕੁਝ ਵੀ ਹੈ ਨਹੀਂਗਾ ਵੀ ਜਿੱਦਾਂ ਸਾਰੇ ਕਿਸਾਨ ਚਲੇ ਗਏ। ਥੋੜਾ ਬਹੁਤ ਉਹ ਜਿਹੜੇ 26 ਤੇ ਆਏ ਸੀਗੇ ਮਨਾਉਣ ਉਹ ਵਾਪਸ ਗਏ ਆ, ਪਰ ਉਦੋਂ ਵੀ ਜ਼ਿਆਦਾ ਕਿਸਾਨ ਹੁਣ ਆ ਰਹੇ ਆ ਤੇ ਇੱਥੇ ਆ ਕੇ ਆਪਦੇ ਮਤਲਬ ਰਹਿ ਰਹੇ ਆ ਤੇ ਸਾਰਾ ਕੁਝ ਵਧੀਆ ਲੰਗਰ ਪ੍ਰਸ਼ਾਦਾ ਸਾਰਾ ਕੁਝ ਚੜ੍ਹਦੀ ਕਲਾ 'ਚ ਚੱਲ ਰਿਹਾ ਵਾ। ਇੱਥੇ ਟੈਂਟ ਦੇ ਵਿੱਚ ਬੈਠ ਕੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਇੱਕ ਦੋ ਗੱਲਾਂ ਦੀ ਸਾਂਝ ਸਾਡੇ ਨਾਲ ਜ਼ਰੂਰ ਪਾਓ ਵੀ ਕਿਹੜੀਆਂ ਗੱਲਾਂ ਚੱਲਦੀਆਂ ਟੈਂਟ ਦੇ ਵਿੱਚ ਬੈਠ ਕੇ। ਬਸ ਇੱਥੇ ਇਹੀ ਚੱਲਦਾ ਵੀ ਚੜ੍ਹਦੀ ਕਲਾ 'ਚ ਰਹਿਣਾ ਵਾ, ਬਸ ਡੋਲਣਾ ਨਹੀਂਗਾ, ਨਾ ਕੋਈ ਮੰਨ ਲਓ ਹੁੱਲੜਬਾਜੀ ਨਹੀਂ ਕੁਝ ਵੀ ਕਰਨੀ ਤੇ ਪਿਆਰ ਨਾਲ ਹੀ ਰਹਿਣਾ ਵਾ ਤੇ ਸਾਰਾ ਕੁਝ ਵਧੀਆ ਤਰ੍ਹਾਂ ਆਪਾਂ ਜਿੱਤ ਕੇ ਜਾਣਾ। ਇਹ ਗੱਲਾਂ ਬਾਤਾਂ ਚੱਲਦੀਆਂ। ਬਾਪੂ ਜੀ ਹੁਣੀ ਸਾਡੇ ਨਾਲ ਨੇ, ਇਹਨਾਂ ਨੇ ਵੀ ਗੱਲਬਾਤ ਕਰਦੇ ਆ। ਬਾਪੂ ਜੀ ਪਰਿਵਾਰ ਦੇ ਫੋਨ ਤੇ ਨਹੀਂ ਆ ਰਹੇ ਵੀ ਵਾਪਸ ਮੁੜਿਆ ਬਾਪੂ, ਹੁਣ ਇੰਨੇ ਦਿਨ ਹੋ ਗਏ ਤੈਨੂੰ ਬੈਠੇ ਨੂੰ? ਨਾ ਜੀ ਅਸੀਂ ਆਏ ਹੈਗੇ, ਅਸੀਂ ਤਾਂ ਇੱਕ ਵਾਰ ਹੁਣ ਇਹ ਪੂਰਾ ਜੰਗ ਜਿੱਤ ਕੇ ਫੇਰ ਵਾਪਸ ਮੁੜਾਂਗੇ। ਜਾਣੀ ਕਿ ਪੂਰਾ ਇਹ ਮਨ ਬਣਾਇਆ ਹੋਇਆ। ਹਾਂਜੀ ਹਾਂਜੀ ਪੂਰਾ ਮਨ। ਜਦੋਂ ਘਰੋਂ ਚੱਲੇ ਸੀ ਪੁੱਤ ਤੇ ਪੋਤੀਆਂ ਨੇ ਕੋਈ ਗੱਲਬਾਤ ਕਹੀ ਹੋਊਗੀ ਵੀ ਬਾਪੂ ਵਾਪਸ ਆ ਜੀ ਜਲਦੀ, ਉਹੀ ਕੰਮ ਨਾ ਹੋਵੇ? ਇਹ ਤਾਂ ਕਹਿੰਦੇ ਹੁੰਦੇ ਆ ਵੀ ਬਾਪੂ ਜੀ ਅਸੀਂ ਵੀ ਜਾਣਾ। ਉਹ ਤਾਂ ਨਾਲ ਆਪ ਤਿਆਰ ਸੀਗੇ, ਨਿੱਕੇ ਨਿੱਕੇ ਬੱਚੇ। ਹਾਂਜੀ ਪੋਤਾ ਪੋਤੀ ਨਾਲ ਤਿਆਰ ਸੀਗੇ, ਕਹਿੰਦੇ ਅਸੀਂ ਬਾਪੂ ਜੀ ਅਸੀਂ ਵੀ ਜਾਣਾ ਵਾ ਦਾਦੂ ਜੀ। ਇੱਥੇ ਤੁਹਾਡੇ ਪੋਤੀਆਂ ਹਾਣ ਦੀਆਂ, ਤੁਹਾਡੇ ਦੋਤੀਆਂ ਹਾਣ ਦੀਆਂ ਲਾ ਲਓ, ਤੁਹਾਡੇ ਬੱਚਿਆਂ ਦੇ ਹਾਣ ਦੇ ਨੌਜਵਾਨ ਤੁਰੇ ਫਿਰਦੇ ਹੋਣਗੇ। ਕਿਵੇਂ ਲੱਗਿਆ ਉਹਨਾਂ ਨੂੰ ਮਿਲ ਕੇ? ਜਦ ਉਹਨਾਂ ਨੂੰ ਤੁਰੇ ਜਾਂਦੇ ਦੇਖਦੇ ਹੋ, ਸਟੇਜ ਵੱਲ ਨੂੰ ਜਾਂਦੇ ਨੇ, ਨਾਅਰੇ ਲਾਉਂਦੇ ਜਾਂਦੇ ਨੇ, ਕਦੇ ਟਰੈਕਟਰ ਟਰਾਲੀਆਂ ਦੇ ਉੱਪਰ ਚੜ੍ਹ ਕੇ ਜਾਂਦੇ ਨੇ, ਕਿਵੇਂ ਲੱਗਦਾ? ਬਹੁਤ ਵਧੀਆ ਵਾ। ਐ ਕਿੱਦਾਂ ਹੈਗਾ, ਬੜੇ ਹੌਸਲੇ ਦੇ ਨਾਲ ਬੱਚੇ ਬੜੇ ਹੈਗਾ ਕਰਦੇ ਆ, ਨਾਅਰੇ ਲਾਉਂਦੇ ਜਾਂਦੇ ਆ। ਕੋਈ ਉਹੋ ਜੀ ਗੱਲ ਨਹੀਂ ਹੈਗੀ, ਕੋਈ ਡਰ ਡੁੱਕਰ ਵਾਲੀ ਹੈ ਨਹੀਂ ਕੋਈ ਗੱਲ। ਜਦ ਇਹ ਸੰਘਰਸ਼ ਸ਼ੁਰੂ ਹੋਇਆ ਪਿੰਡ ਦੀਆਂ ਸੱਥਾਂ ਦੇ ਵਿੱਚ ਬੈਠਦੇ ਹੋਵੋਗੇ ਤੁਸੀਂ, ਗੱਲਾਂ ਬਾਤਾਂ ਚੱਲਦੀਆਂ ਹੋਣਗੀਆਂ ਮੁੰਡਿਆਂ ਕੋਲੇ ਬੈਠ ਕੇ, ਤੁਹਾਡੇ ਹਾਣ ਪ੍ਰਮਾਣ ਦੇ ਕੋਲੇ ਬੈਠਦੇ ਹੋਵੋਗੇ। ਕੀ ਲੱਗਦਾ ਸੀਗਾ ਜਦੋਂ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਸੀ? ਲੱਗਦਾ ਸੀ ਵੀ ਸਾਨੂੰ ਦਿੱਲੀ ਪਹੁੰਚਣਾ ਪਊਗਾ ਤੇ ਇੰਨਾ ਸੰਘਰਸ਼ ਲੰਮਾ ਹੋ ਜਾਊਗਾ? ਹਾਂਜੀ ਬਿਲਕੁਲ ਜੀ, ਇਹ ਦੀਦਾ ਸੀਗਾ ਪਹਿਲੋਂ। ਇਹ ਜਿਹੜਾ ਹੈਗਾ ਨਾ ਕਾਲੇ ਕਾਨੂੰਨ ਲੈ ਕੇ ਆਇਆ ਹੈਗਾ ਮੋਦੀ, ਉਦੋਂ ਹੀ ਦੀਦਾ ਸੀਗਾ ਰੋਕ ਵੀ ਇਹ ਨਹੀਂ ਉੱਥੇ ਜਾਣਾ ਹੀ ਪਊਗਾ ਜ਼ਰੂਰੀ, ਇਹ ਜਿਹੜਾ ਨਹੀਂ ਉੱਦਾਂ ਨਹੀਂ ਵਾਪਸ ਲਊਗਾ। ਤੇ ਇਹ ਹੈਗਾ ਵਾ ਬੜਾ ਕੁੱਤਾ ਬੰਦਾ ਵਾ, ਇਹ ਛੇਤੀ ਮੰਨਣ ਵਾਲਾ ਨਹੀਂ ਹੈਗਾ। ਕਿਵੇਂ ਲੱਗਦਾ ਤੁਹਾਨੂੰ ਕਿੰਨਾ ਕੁ ਟਾਈਮ ਹੋਰ ਇੱਥੇ ਬੈਠਣਾ ਪਊਗਾ? ਕੋਈ ਆਈਡੀਆ ਹੋਵੇ ਤੁਹਾਡੇ ਮਨ ਦੇ ਵਿੱਚ ਵੀ ਇੰਨਾ ਕੁ ਸਮਾਂ ਲੱਗੂਗਾ? ਉਮੀਦ ਬੜੀ ਆ ਵੀ ਹੁਣ ਮੰਨ ਜਾਊਗਾ। ਦੁਨੀਆ ਬਹੁਤ ਆ ਗਈ ਆ ਇੱਥੇ। ਇਹ ਤਾਂ ਹੁਣ ਇਦਾਂ ਲੱਗਦਾ ਜਿੱਦਾਂ ਸਾਰਾ ਪੰਜਾਬ ਹੀ ਇੱਥੇ ਆ ਗਿਆ ਹੁੰਦਾ, ਯੂਪੀ ਵੀ ਇੱਥੇ ਆ ਗਿਆ, ਬਿਹਾਰ ਇੱਥੇ ਆ ਗਿਆ, ਹਰਿਆਣਾ ਸਾਰਾ ਇੱਥੇ ਆ ਗਿਆ। ਤੇ ਇਹਨੂੰ ਮੰਨਣਾ ਪਊਗਾ ਜ਼ਰੂਰ, ਜਿਹੜੀ ਕਿ ਮਨਾ ਕੇ ਜਾਓਗੇ? ਨਾ ਅੱਗੇ ਜਾਵਾਂਗੇ। ਤੁਸੀਂ ਦੇਖੋ ਬਈ ਜੀ ਆ ਦੇਖੋ, ਆਪ LED ਲਾਈਟਾਂ ਲਾਤੀਆਂ ਵਾ, ਮਤਲਬ ਸੋਲੋ ਸਿਸਟਮ ਲਾਤਾ ਵਾ ਸਾਰਾ ਹੀ ਨਾ, ਮਤਲਬ ਨਹੀਂ ਹੋਣਾ ਹੈਗਾ, ਜਾਵਾਂਗੇ ਨਹੀਂ ਉੱਦਾਂ। ਸੋਲਰ ਸਿਸਟਮ ਵੀ ਬਾਪੂ ਜੀ ਕਹਿੰਦੇ ਲਾ ਦਿੱਤਾ ਤੇ ਲਾਈਟਾਂ ਵੀ ਲਗਾ ਦਿੱਤੀਆਂ ਨੇ ਤੇ ਜਿਹੜੇ ਟੀਵੀ ਵੀ ਲੱਗਣੇ ਸ਼ੁਰੂ ਹੋ ਗਏ ਨੇ, ਸੀਡੀਆਂ ਵੀ ਇੱਥੇ ਲੱਗਣ ਲੱਗ ਗਈਆਂ ਨੇ। ਇਹ ਸਾਰਾ ਕੁਝ ਜਿਹੜਾ ਹੈਗਾ ਚੱਲਦਾ ਹੋਇਆ ਸਾਡੇ ਸਾਹਮਣੇ ਹੈ ਵੀ ਹਰ ਇੱਕ ਸਹੂਲਤ ਜਿਹੜੀ ਹੈ ਉਹ, ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਦੁਆਬੇ ਵਾਲੇ ਜਿਹੜੇ ਨੇ ਉਹ ਕੋਠੀਆਂ ਬਣਾਉਣ ਦਾ ਬੜਾ ਸ਼ੌਂਕ ਰੱਖਦੇ ਨੇ। ਇੱਕ ਪਰਿਵਾਰ ਦੇ ਵਿੱਚ ਜੇ ਇੱਕ ਜਣਾ ਰਹਿੰਦਾ ਤੇ ਤਿੰਨ ਤਿੰਨ ਕੋਠੀਆਂ ਬਣਾਈਆਂ ਹੁੰਦੀਆਂ ਨੇ ਤੇ ਅੱਜ ਉਹ ਤੰਬੂ ਦੇ ਵਿੱਚ ਬੈਠੇ ਨੇ। ਆਪਾਂ ਹੋਰ ਵੀਰ ਸਾਡੇ ਨਾਲ ਨੇ। ਇੰਟਰਨੈਟ ਜੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਜਿਹੜੀਆਂ ਸਭਾਵਾਂ ਨੇ ਇੱਥੋਂ ਜਿਹੜਾ ਮੈਸੇਜ ਦਿੱਤਾ ਜਾਣਾ ਸੀ, ਖਾਸ ਕਰ ਤੁਸੀਂ ਪੰਜਾਬ ਤੋਂ ਆਏ ਹੋ, ਇੱਥੇ ਘਰ ਪਰਿਵਾਰ ਦੇ ਵਿੱਚ ਮੈਸੇਜ ਦੇਣਾ ਹੋਵੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ, ਇੰਟਰਨੈਟ ਬੰਦ ਕਰ ਦਿੱਤਾ ਗਿਆ। ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਇੰਟਰਨੈਟ ਦੀ ਕੋਈ ਪਰਵਾਹ ਨਹੀਂ ਗੀ। ਸਾਡੇ ਬੱਚੇ ਜਿਹੜੇ ਆ, ਪਰਿਵਾਰ ਸਾਡੇ ਪਿੱਛੇ ਪੂਰੇ ਕੰਮਕਾਰ ਸਾਂਭ ਰਹੇ ਆ ਸਾਡੇ। ਅਸੀਂ ਪੂਰੇ ਚੜ੍ਹਦੀ ਕਲਾ ਦੇ ਵਿੱਚ ਇੱਥੇ ਜਿੰਨੇ ਵੀ ਗੁਰਸਿੱਖ ਵਾ, ਅਸੀਂ ਜਿੰਨਾ ਚਿਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲਊਗਾ ਮੋਦੀ ਸਰਕਾਰ, ਉਹਨਾਂ ਚਿਰ ਇੱਥੋਂ ਵਾਪਸ ਨਹੀਂ ਜਾਵਾਂਗੇ। ਅਸੀਂ ਪੱਕੇ ਇਰਾਦੇ ਧਾਰੇ ਹੋਏ ਆ, ਅਸੀਂ ਜਾਨਾਂ ਵੀ ਕੁਰਬਾਨ ਕਰ ਦਾਂਗੇ ਆਪਦੇ ਤੋਂ। ਸਾਨੂੰ ਜਿੰਨਾ ਚਿਰ ਵੀ ਸੰਘਰਸ਼ ਕਰਨਾ ਪਊਗਾ, ਸਾਲ 2 ਸਾਲ 3 ਸਾਲ, ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਾਂਗੇ ਤੇ ਤਿੰਨੇ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਕਰਾ ਕੇ ਅਸੀਂ ਜਾਵਾਂਗੇ ਇੱਥੋਂ। ਕੱਲ ਤੋਂ ਕਾਫੀ ਫੋਟੋਆਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ, ਬੰਦ ਕਰ ਦਿੱਤਾ ਗਿਆ ਹੈ ਬਾਰਡਰ, ਪਰਲੀ ਸਾਈਡ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਵੱਡੀਆਂ ਵੱਡੀਆਂ ਸਲੀਖਾਂ ਲਾ ਦਿੱਤੀਆਂ ਗਈਆਂ ਨੇ, ਵੱਡੀਆਂ ਵੱਡੀਆਂ ਮੇਖਾਂ ਲਾ ਦਿੱਤੀਆਂ। ਇਹ ਕੀ ਕਰ ਰਹੀ ਹੈ ਸਰਕਾਰ? ਇਹ ਸਰਕਾਰ ਦੀ ਬਹੁਤ ਘਟੀਆ ਸੋਚ ਵਾ। 26 ਤਰੀਕ ਤੋਂ ਬਾਅਦ ਜਿਹੜੇ ਟਰੈਕਟਰ ਪਰੇਡ ਸੀ, ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਬਹੁਤ ਮਾੜੀ ਘਟਨਾ ਵਾਪਰੀ ਆ। ਸਾਰੇ ਸੰਗਤ ਜਿਹੜੀ ਇੱਥੋਂ ਵਾਪਸ ਚੱਲ ਗਈ ਸੀ, ਕੁਛ ਰਹਿ ਗਿਆ ਵੀਰ ਮੇਰੇ ਜਿਹੜੇ ਆਗੂ ਸੀ ਇੱਥੇ। ਜਦੋਂ ਅਸੀਂ ਟੀਵੀ ਚੈਨਲਾਂ ਦੇ ਉੱਤੇ ਦੇਖਿਆ ਵੀ ਸਾਡੇ ਕਿਸਾਨ ਵੀਰਾਂ ਨਾਲ ਬਹੁਤ ਧੱਕਾ ਹੋ ਰਿਹਾ, ਅੱਖਾਂ 'ਚੋਂ ਹੰਝੂ ਚੋਂਦੇ ਆ, ਸਿਰ ਦੇ ਕੇਸਾਂ ਦੇ ਵਿੱਚੋਂ ਖੂਨ ਵਗ ਰਿਹਾ ਵਾ, ਅਸੀਂ ਉਹਨੂੰ ਦੇਖ ਕੇ ਸਾਡੇ ਕੋਲ ਰਹਿ ਨਹੀਂ ਹੋਇਆ। ਅਸੀਂ ਰਾਤੋਂ ਰਾਤ ਹੀ ਸਾਰੀ ਸੰਗਤ ਇੱਥੇ ਪਹੁੰਚੀ ਆ ਬਾਰਡਰ ਦੇ। ਅਸੀਂ ਤੰਬੂ ਗੱਡ ਕੇ ਰੋਡ ਦੇ ਉੱਤੇ ਇੱਥੇ ਬੈਠੇ ਆ, ਡਟ ਕੇ ਮੁਕਾਬਲਾ ਕਰ ਰਹੇ ਅਸੀਂ ਸਾਰੇ ਵੀਰ ਸਾਡੇ। ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜਿੰਨਾ ਕਰ ਸਾਡੇ ਸਰੀਰ ਵਿੱਚ ਸਾਹ ਵਾ। ਅਸੀਂ ਵੱਧ ਤੋਂ ਵੱਧ ਸੰਗਤ ਹੋਰ ਸਾਡੇ ਪਿੱਛੇ ਆ ਰਹੀ ਆ। ਜਿਹੜਾ ਇੱਕ ਚੀਜ਼ ਤੁਸੀਂ ਦੇਖੋ, ਰਾਜਨੀਤਿਕ ਲੋਕਾਂ ਦਾ ਵਿਰੋਧ ਹੋਣਾ ਜਿਹੜਾ ਸ਼ੁਰੂ ਹੋ ਗਿਆ ਹੈ, ਤੁਹਾਡੇ ਦੁਆਬੇ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਰਾਜਨੀਤਿਕ ਆਗੂਆਂ ਬਾਰੇ?
ਸਾਡੇ ਦਬਾਬੇ ਦੇ ਵਿੱਚ ਬਹੁਤ ਵਧੀਆ ਮਾਹੌਲ ਵਾ। ਇਹਨਾਂ ਸਰਕਾਰਾਂ ਨੇ ਛਿੱਤਰ ਪਹਿਣਗੇ ਜਦੋਂ ਵੋਟਾਂ ਆਉਣਗੀਆਂ। ਅਸੀਂ ਹਮੇਸ਼ਾ ਕਿਸਾਨ ਏਕਤਾ ਦੇ ਨਾਲ ਰਵਾਂਗੇ, ਹਮੇਸ਼ਾ ਰਵਾਂਗੇ ਜੀਂਦੀ ਜਾਨ ਤੱਕ। ਅਸੀਂ ਸਾਡੇ ਬਜ਼ੁਰਗ ਸਾਹਿਬਾਨ, ਸਾਡੇ ਬੱਚੇ, ਅਸੀਂ ਆਪਣੇ ਆਪ ਹੀ ਮੁੱਕ ਗਏ। ਸਾਡੇ ਬੱਚੇ ਦੇਖ ਰਹੇ ਆ ਸਾਰਾ ਕੁਝ ਟੀਵੀ ਚੈਨਲਾਂ ਦੇ ਉੱਤੇ। ਉਹ ਸੰਘਰਸ਼ ਕਰਨਗੇ ਸਾਡੇ ਤੋਂ ਬਾਅਦ ਚ ਵੀ। ਉਹ ਇੱਕ ਚੀਜ਼ ਤੁਸੀਂ ਹੋਰ ਵੇਖੋ ਵੀ ਸਿਆਲ ਲੰਘ ਗਿਆ ਹੈ, ਸਰਦੀ ਅਸੀਂ ਲੰਘਾ ਲਈ ਆ ਔਖੀ ਸੌਖਿਆਂ ਨੇ, ਤੇ ਹੁਣ ਆਉਣ ਵਾਲਾ ਸਮਾਂ ਜਿਹੜਾ ਗਰਮੀ ਦਾ ਹੈ, ਗਰਮੀ ਦੇ ਵਿੱਚ ਤੁਹਾਡਾ ਮਨ ਕੀ ਕਹਿੰਦਾ ਵੀ ਟਿਕ ਪਾਓਗੇ ਇੱਥੇ? ਹਾਂਜੀ ਬਿਲਕੁਲ। ਕਿਸਾਨ ਜਿੱਦਾਂ ਪੁੱਤ ਜਿਹੜਾ ਵਾ ਇਹ ਗਰਮੀ ਦੇ ਵਿੱਚ ਤਪਿਆ ਹਵਾ, ਸਿੱਖੀ ਜਿਹੜੀ ਆ ਉਹ ਤਪ ਕੇ ਮਿਲਦੀ ਆ। ਕੁਰਬਾਨੀਆਂ ਗੁਰੂਆਂ ਨੇ ਦਿੱਤੀਆਂ ਬਹੁਤ। ਤਤੀ ਤਵੀ ਤੇ ਕਰੀ ਚੜਖੜੀਆਂ ਤੇ ਚੜੇ, ਕਰੀ ਬੰਦ ਕਟਵਾਇਆ ਗੁਰੂਆਂ ਦਾ। ਸਿੱਖੀ ਦੀ ਜਿਹੜੀ ਸਿੱਖੀ ਕੌਮ ਆ, ਸਿੱਖ ਕੌਮ ਆ, ਇਹ ਕਦੀ ਵੀ ਡੋਲਦੀ ਨਹੀਂ ਗੀ ਤੇ ਨਾ ਹੀ ਇਹ ਡੋਲਣ ਵਾਲੀ ਆ। ਮੋਦੀ ਸਰਕਾਰ ਇਹ ਸਮਝਦੀ ਆ ਵੀ ਸਿੱਖ ਕੌਮ ਡਰ ਜੂਗੀ, ਪਰ ਸਿੱਖ ਕੌਮ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਆ, ਰਹੂਗੀ ਵੀ ਅੱਗੇ ਵੀ। ਜੈ ਜਵਾਨ ਜੈ ਕਿਸਾਨ ਦਾ ਨਾਰਾ ਰਹੂਗਾ ਸਾਡਾ, ਹਮੇਸ਼ਾ ਗੂੰਜਦਾ ਰਹੂਗਾ ਰਹਿੰਦੀ ਦੁਨੀਆ ਤੱਕ। ਤੁਸੀਂ ਇਤਿਹਾਸ ਪੜ੍ਹਿਆ ਹੋਵੇਗਾ, ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ। ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਖੜ ਗਏ, ਚਮਕੌਰ ਦੀ ਜੰਗ ਦੇ ਵਿੱਚ ਜੇਤੂ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦੀ ਆਪਾਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ। ਕਿੰਨਾ ਪਿਆਰਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਕਿਹਾ ਜਾਂਦਾ ਹੈ। ਤੇ ਇਹ ਰਾਜ ਜਿਹੜੇ ਹੁਣ ਇੱਥੇ ਤੁਸੀਂ ਦੇਖ ਰਹੇ ਹੋ, ਜਿੰਨੀ ਤੁਹਾਡੀ ਉਮਰ ਹੈ, ਕੋਈ ਤੁਹਾਨੂੰ ਚੰਗਾ ਵੀ ਲੀਡਰ ਮਿਲਿਆ ਲੱਗਿਆ ਹੋਵੇ ਵੀ ਇਹ ਰਾਜ ਵਾਕਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭੋਗ ਰਹੇ ਹਾਂ? ਨਹੀਂ ਵੀਰ ਜੀ, ਕੋਈ ਸਾਨੂੰ ਚੰਗਾ ਨਹੀਂ ਰਾਜ ਮਿਲਿਆ। ਇਹ ਤੋਂ ਤਾਂ ਅੰਗਰੇਜ਼ਾਂ ਦਾ ਕਾਨੂੰਨ ਜਿਹੜਾ ਉਹ ਵਧੀਆ ਸੀ ਸਾਨੂੰ। ਇਹ ਮੋਦੀ ਸਰਕਾਰ ਨੇ ਤੇ ਦੇਸ਼ ਦਾ ਬੇੜਾ ਗਰਕ ਕਰਤਾ। ਅੰਨਦਾਤਾ ਨੂੰ ਇਹਨੇ ਰੋਲ ਕੇ ਰੱਖਤਾ, ਸੜਕਾਂ ਦੇ ਉੱਤੇ ਲੈ ਆਂਦਾ ਅੰਨਦਾਤਾ ਨੂੰ। ਪਰ ਹੁਣ ਅਸੀਂ ਜਿਹੜਾ ਮਨ ਬਣਾ ਲਿਆ ਵਾ ਇਕਜੁੱਟ ਹੋ ਕੇ, ਚਾਹੇ ਹਿੰਦੂ ਵੀਰ ਵਾ ਸਾਡੇ, ਚਾਹੇ ਮੁਸਲਮਾਨ ਵੀਰ ਵਾ, ਸਾਰੀਆਂ ਸਟੇਟਾਂ ਦੇ ਵੀਰ ਇੱਥੇ ਕਿਸਾਨ ਇਕੱਠੇ ਹੋਏ ਆ। ਅਸੀਂ ਮਨ ਬਣਾਇਆ ਜਿੰਨਾ ਚਿਰ ਕਾਨੂੰਨ ਤਿੰਨੇ ਵਾਪਸ ਨਹੀਂ ਲਊਗਾ ਮੋਦੀ ਸਰਕਾਰ, ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ। ਘਰੇ ਫੋਨ ਤੇ ਗੱਲ ਹੁੰਦੀ ਹੋਵੇਗੀ, ਬੱਚੇ ਕੀ ਕਹਿੰਦੇ ਨੇ ਤੁਹਾਡੇ? ਵੀਰ ਜੀ ਸਾਡੇ ਨਾਲ ਬੱਚੇ ਸੰਪਰਕ ਕਰਦੇ ਰਹਿੰਦੇ ਆ ਸਾਡੇ ਨਾਲ। ਡੈਡੀ ਜੀ ਕੀ ਹਾਲ ਚਾਲ ਆ? ਅਸੀਂ ਕਿਹਾ ਪੁੱਤ ਚੜ੍ਹਦੀ ਕਲਾ ਦੇ ਵਿੱਚ, ਤੁਸੀਂ ਫਿਕਰ ਨਹੀਂ ਕਰਨਾ। ਬੱਚੇ ਸਾਡਿਆਂ ਦੇ ਬਹੁਤ ਸਾਹ ਆ, ਪੱਠਾ ਡੱਕਾ ਸਾਡੇ ਵੜਦੇ ਆ, ਸਾਰੇ ਪਿੱਛੇ ਕੰਮਕਾਰ ਸਾਂਭਦੇ ਆ। ਸਾਨੂੰ ਕੋਈ ਫਿਕਰ ਨਹੀਂ ਪਿੱਛੇ ਦੀ। ਜਿੰਨਾ ਚਿਰ ਵਾਪਸ ਨਹੀਂ ਤਿੰਨੇ ਕਾਨੂੰਨ ਹੁੰਦੇ ਉਹਨੇ ਕਰ ਇੱਥੋਂ ਵਾਪਸ ਨਹੀਂ ਜਾਵਾਂਗੇ। ਆਮ ਕਰਕੇ ਗੱਲਾਂ ਚੱਲਦੀਆਂ ਨੇ ਵੀ ਹੁਣ ਕਣਕ ਬੀਜੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਵੱਢਣ ਦੇ ਲਈ ਕਿਸਾਨ ਪੰਜਾਬ ਨੂੰ ਵਾਪਸ ਆ ਜਾਣਗੇ, ਇਹਨਾਂ ਦੀ ਮਜਬੂਰੀ ਬਣ ਜਾਣੀ ਹੈ। ਇਹ ਗੱਲਾਂ ਚੱਲਦੀਆਂ ਆਮ। ਇਹ ਵੀਰ ਜੀ ਇਹਨਾਂ ਦਾ ਭੁਲੇਖਾ ਵਾ ਸਰਕਾਰਾਂ ਦਾ ਵੀ ਇਹ ਵਾਪਸ ਚੱਲ ਜਾਣਗੇ, ਪਰ ਸਾਡਾ ਮਨ ਬਣਿਆ ਇੱਥੋਂ ਅਸੀਂ ਨਹੀਂ ਜਾਣਾ। ਜਿਹੜੇ ਸਾਡੇ ਮਗਰ ਵੀਰ ਵਾ ਉਹ ਸਾਡੀਆਂ ਪੈਲੀਆਂ ਵਾਹੁਣਗੇ, ਕਣਕਾਂ ਬੀਜਣਗੇ, ਫਸਲਾਂ ਕਟਾਉਣਗੇ। ਉਹਨਾਂ ਨੇ ਸਾਰਾ ਕਾਰੋਬਾਰ ਪਿੱਛੇ ਸਾਂਭਿਆ ਹਾ। ਅਸੀਂ ਇੱਥੋਂ ਧਰਨਿਆਂ ਤੋਂ ਨਹੀਂ ਉੱਠਣਾ। ਮੋਦੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਮੋਦੀ ਦੇ ਸਿਰ 'ਚ ਜੁੱਤੀਆਂ ਮਾਰ ਕੇ ਅਸੀਂ ਇੱਥੋਂ ਜਾਵਾਂਗੇ। ਯਾਨੀ ਕਿ ਪੱਕੇ ਤੁਸੀਂ ਮਨ ਬਣਾਏ ਹੋਏ? ਮਨ ਬਣਾਏ, ਹਾਂਜੀ ਵੀਰ ਜੀ। ਤੁਹਾਡੇ ਸਾਹਮਣੇ ਨੇ ਵੀ ਵੀਰ ਸਾਰੇ ਹੀ ਜਿਹੜੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ। ਹੋਰ ਅੱਗੇ ਵਧਦੇ ਆ, ਆਪਾਂ ਕੋਸ਼ਿਸ਼ ਕਰਦੇ ਆ। ਨੌਜਵਾਨ ਵੀਰ ਸਾਡੇ ਨਾਲ ਹੈ। ਵੀਰੇ ਕਿਵੇਂ ਲੱਗਦਾ ਇਹ ਨੌਜਵਾਨੀ ਦੇ ਵਿੱਚ ਤਾਂ ਜਿਹੜੇ ਲੋਕ ਹੁੰਦੇ ਨੇ, ਖਾਸ ਕਰ ਨੌਜਵਾਨ ਹੁੰਦੇ ਨੇ, ਉਹ ਘਰੇ ਖੇਡਣਾ ਪਸੰਦ ਕਰਦੇ ਨੇ। ਕੋਈ ਤਾਂਸ ਕੁੱਟਦਾ, ਕੋਈ ਬੰਟੇ ਵੀ ਅੱਜ ਕੱਲ੍ਹ ਦੁਬਾਰਾ ਚੱਲ ਪਏ ਨੇ, ਕੋਈ ਜਿਹੜਾ ਹੈਗਾ ਉਹ ਪਤੰਗ ਉਡਾਉਂਦਾ ਫਿਰਦਾ ਹੈ ਨਾ, ਜਾਂ ਜ਼ਿਆਦਾ ਲੋਕ ਜਿਹੜੇ ਅੱਜ ਕੱਲ੍ਹ ਇੰਟਰਨੈਟ ਦੇ ਉੱਪਰ ਬੈਠੇ ਨੇ। ਤੁਸੀਂ ਇੱਥੇ ਤੰਬੂ ਦੇ ਵਿੱਚ ਬੈਠੇ ਹੋ, ਕਿਵੇਂ ਲੱਗਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਫਵਾਹਾਂ ਬਹੁਤ ਉਡਾਈਆਂ ਜਾ ਰਹੀਆਂ ਸੀ ਇਸ ਧਰਨੇ ਨੂੰ ਲੈ ਕੇ ਕਿ 26 ਤੋਂ ਬਾਅਦ 'ਚ 26 ਵਾਲੇ ਦਿਨ ਜੋ ਵੀ ਹੋਇਆ ਇੱਥੇ ਸਾਰਿਆਂ ਨੂੰ ਪਤਾ ਹੀ ਆ ਕਿ ਬਹੁਤ ਅਫਵਾਹਾਂ ਉਡਾਈਆਂ ਜਾ ਰਹੀਆਂ ਸੀਗੀਆਂ ਕਿ ਬਹੁਤ ਜਣੇ ਸਾਡੇ ਪਿੱਛੇ ਮੁੜ ਗਏ ਆ, ਬਹੁਤ ਵੀਰ ਸਾਡੇ ਕਿਸਾਨ ਮੁੜ ਗਏ। ਪਰ ਜਦੋਂ ਇੱਥੇ ਆ ਕੇ ਅਸੀਂ ਦੇਖਿਆ, ਪਰ ਮਾਹੌਲ ਹੀ ਹੋਰ ਸੀਗਾ। ਪਹਿਲੇ 26 ਤੋਂ ਪਹਿਲੇ ਵਾਲਾ ਮਾਹੌਲ, ਉਹਦੇ ਨਾਲੋਂ ਦੁੱਗਣੇ ਮਤਲਬ ਕਿਸਾਨ ਇੱਥੇ ਸੀਗੇ। ਇੱਥੇ ਤੁਹਾਨੂੰ ਹੁਣ ਇੱਥੇ ਲੱਗਦਾ ਵੀ ਜਿਹੜੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ, ਇੱਥੇ ਮਾਹੌਲ 26 ਤੋਂ ਪਹਿਲਾਂ ਤੋਂ ਵੀ ਦੁੱਗਣਾ ਮਾਹੌਲ ਹੈ? ਜੀ 26 ਤੋਂ ਪਹਿਲਾਂ ਨਾਲੋਂ ਦੁੱਗਣਾ ਮਾਹੌਲ ਆ। ਦੇਖਿਆ ਸੀ ਆ ਕੇ ਇੱਥੇ ਆ ਕੇ। ਬਾਕੀ ਜਿਹੜੇ ਛੋਟੇ ਬੱਚੇ ਆ ਉਹ ਪਿੰਡਾਂ ਵਿੱਚ, ਉਹ ਸਾਰਿਆਂ ਨੂੰ ਪਤਾ ਵਾ ਕਿਸਾਨੀ ਦੇ ਮੁੱਦਿਆਂ ਬਾਰੇ ਜਾਂ ਉਹਨਾਂ ਨੂੰ ਹੱਕਾਂ ਬਾਰੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਾਰਾ ਕੁਝ ਚੱਲਦਾ ਹੀ ਰਹਿੰਦਾ ਵਾ। ਮਤਲਬ ਬੱਚੇ ਕੋਲ ਮੋਬਾਈਲ ਆ, ਘਰਾਂ ਵਿੱਚ ਮੋਬਾਈਲ ਆ, ਆਨਲਾਈਨ ਕਲਾਸਾਂ ਚੱਲਦੀਆਂ, ਬੱਚੇ ਇਹ ਵੀ ਦੇਖ ਰਹੇ ਆ, ਨਾਲ YouTube ਤੇ ਸਾਰਾ ਕੁਝ ਆ ਰਿਹਾ ਵਾ, ਤੁਹਾਡੇ ਮਾਧਿਅਮ ਰਾਹੀਂ ਵੀ ਦੇਖ ਰਹੇ ਆ। ਪਰ ਇਹਦੇ ਵਿੱਚ ਇਹ ਸਾਨੂੰ ਜੋ ਵੀ ਅਫਵਾਹਾਂ ਜੋ ਉਡਾਈਆਂ ਜਾ ਰਹੀਆਂ ਵਾ ਉਹਨਾਂ ਤੋਂ ਬਚਣਾ ਚਾਹੀਦਾ ਵਾ ਸਾਰਿਆਂ ਨੂੰ। ਕਿ ਜੋ ਇਹਦੇ ਵਿੱਚ ਬਾਕੀ ਜਿਹੜਾ ਗੋਦੀ ਮੀਡੀਆ, ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਉਹਦਾ ਕੀ ਕਿਰਦਾਰ ਵਾ ਇਹਦੇ ਵਿੱਚ। ਕਿਸਾਨੀ ਮੌਜੂਦਾ ਹਾਲਾਤਾਂ ਬਾਰੇ ਬਹੁਤ ਅਫਵਾਹਾਂ ਉਡਾਉਂਦੇ ਆ। ਇਹ ਨਹੀਂ ਹੋਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਇਕਜੁੱਟ ਵਾ। ਇੱਥੇ ਆ ਕੇ ਜਦੋਂ ਦੇਖਿਆ ਮਾਹੌਲ ਹੋ ਰਿਹਾ, ਹਿੰਦੂ ਸਿੱਖ ਜਿਹੜੇ ਵੀਰ ਵਾ, ਕਿਸਾਨ ਵਾ, ਸਾਰੇ ਇੱਕ ਆਪਾਂ ਕਿਸਾਨੀ ਦਾ ਕਰਕੇ ਇੱਥੇ ਹੱਕਾਂ ਲਈ ਲੜ ਰਹੇ ਆ। ਤੇ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ। ਬਸ ਇਹਦੇ ਵਿੱਚ ਸਾਨੂੰ ਹੋਰ ਨਹੀਂ ਕੁਝ ਵੀ ਦੇਖਣਾ ਚਾਹੀਦਾ। ਜਦੋਂ ਨੌਜਵਾਨ ਇਕੱਠੇ ਹੋ ਕੇ ਬੈਠਦੇ ਨੇ, ਆਮ ਕਰ ਫਿਲਮਾਂ ਦੀਆਂ ਗੱਲਾਂ ਚੱਲਦੀਆਂ ਨੇ, ਆਹ ਐਕਟਰ ਵਧੀਆ, ਆਹ ਐਕਟਰ ਨਹੀਂ ਮਾੜੀ ਆ, ਇਹ ਚੰਗਾ ਨਹੀਂ ਬੋਲਦਾ, ਆਹ ਗਾਣਾ ਨਹੀਂ ਵਧੀਆ ਗਾਉਂਦਾ, ਇਹ ਬੜਾ ਸੋਹਣਾ ਗਾਉਂਦਾ। ਬਹਿਸ ਬਸਈਆਂ ਆਮ ਕਰਕੇ ਹੁੰਦਾ ਜਿਹੜਾ ਉਹ ਚਰਚਾ ਫੇਸਬੁੱਕ ਦੇ ਉੱਪਰ ਛਿੜੀ ਰਹਿੰਦੀ ਹੈ।
ਤੇ ਆਹ ਗਾਇਕ ਬੜਾ ਸੋਹਣਾ ਗਾਉਂਦਾ, ਨਹੀਂ ਜੀ ਇਹ ਲੱਚਰਪੁਣਾ ਗਾਉਂਦਾ, ਇਦਾਂ ਦੀਆਂ ਗੱਲਾਂ ਸਾਹਮਣੇ ਅਕਸਰ ਆਉਂਦੀਆਂ ਰਹਿੰਦੀਆਂ ਨੇ। ਹੁਣ ਕਿੱਦਾਂ ਦੀਆਂ ਗੱਲਾਂ ਚੱਲਦੀਆਂ ਨੇ ਨੌਜਵਾਨਾਂ 'ਚ? ਦੇਖੋ ਜੀ, ਸਭ ਤੋਂ ਪਹਿਲਾਂ ਇੱਥੇ ਗਾਇਕ ਵੀ ਆ ਰਹੇ ਆ, ਸਾਰੇ ਇੱਥੇ ਆ ਰਹੇ ਆ। ਉਹ ਸਭ ਤੋਂ ਪਹਿਲਾਂ ਕਹਿ ਰਹੇ ਆਪਣੇ ਆਪ ਨੂੰ ਕਿਸਾਨ ਕਹਿ ਰਹੇ ਆ ਕਿ ਅਸੀਂ ਕਿਸਾਨਾਂ ਦੇ ਪੁੱਤਾਂ, ਗਾਇਕ ਬਾਅਦ ਵਿੱਚ ਆ। ਤੋ ਉਹ ਜੇ ਇਹ ਕੰਮ ਮਤਲਬ ਕਰ ਰਹੇ ਆ ਕਿ ਉਹ ਸਪੋਰਟ ਕਰ ਰਹੇ ਆ ਕਿਸਾਨਾਂ ਦੀ ਇੱਥੇ ਆ ਕੇ, ਤੇ ਸਾਨੂੰ ਇਹ ਉਹਨਾਂ ਦੀ ਕਮੀਆਂ ਬਾਰੇ ਧਿਆਨ ਨਹੀਂ ਦੇਣਾ ਚਾਹੀਦਾ। ਸਾਨੂੰ ਇਹ ਦੇਖਣਾ ਚਾਹੀਦਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਡਟ ਰਹੇ ਆ, ਕਿਉਂਕਿ ਉਹਨਾਂ ਦੇ ਪਿੱਛੇ ਪਬਲਿਕ ਬਹੁਤ ਆ। ਉਹ ਪਬਲਿਕ ਨਾਲ ਲੈ ਕੇ ਆ ਰਹੇ ਆ। ਸਾਨੂੰ ਇਹਦੇ ਮਾਣ ਕਰਨਾ ਚਾਹੀਦਾ ਕਿ ਸਾਡੇ ਜਿਹੜੇ ਪੰਜਾਬ ਦੇ ਗਾਇਕ ਵਾ, ਹਾਂ ਗਾ ਰਹੇ ਆ, ਉਹ ਅਲੱਗ ਗੱਲ ਆ, ਕੀ ਦੇ ਰਹੇ ਆ ਜਵਾਨੀ ਨੂੰ, ਕੀ ਪਰੋਸ ਕੇ ਦੇ ਰਹੇ ਆ, ਉਹ ਅਲੱਗ ਮੁੱਦਾ ਵਾ। ਪਰ ਉਹ ਮੌਜੂਦਾ ਹਾਲਾਤਾਂ ਵਿੱਚ ਨਾਲ ਖੜੇ ਆ ਸਾਰੇ ਕਿਸਾਨਾਂ ਦੇ, ਇਹੀ ਬਹੁਤ ਵੱਡੀ ਗੱਲ ਆ। ਸਾਨੂੰ ਉਹਨਾਂ ਦੀ ਕਮੀਆਂ ਨੂੰ ਇੱਕ ਪਾਸੇ ਰੱਖਣਾ ਚਾਹੀਦਾ ਵਾ। ਉਹ ਅਲੱਗ ਮੁੱਦਾ ਵਾ, ਉਹਨੂੰ ਬਾਅਦ 'ਚ ਛੇੜਾਂਗੇ ਆਪਾਂ। ਪਰ ਜੋ ਵੀ ਹੁਣ ਚੱਲ ਰਿਹਾ ਵਾ, ਇਸ ਆਪਾਂ ਜਿੱਤ ਕੇ ਜਾਣਾ। ਕਾਲੇ ਕਾਨੂੰਨ ਰੱਦ ਕਰਾਣੇ ਆ, ਜੋ ਕਿ ਮੋਦੀ ਹੁਣ ਨਹੀਂ ਮੰਨ ਰਹੇ ਆ। ਤੇ ਪਰ ਪਹਿਲਾਂ ਨਾਲੋਂ ਬਹੁਤ ਹੀ ਜ਼ਿਆਦਾ ਇੱਥੇ ਕਿਸਾਨ ਮੌਜੂਦ ਵਾ, ਤੇ ਲੱਗਦਾ ਵਾ ਕਿ ਹੁਣ ਇਹਨਾਂ ਨੂੰ ਪਿੱਛੇ ਸਰਕਾਰ ਨੂੰ ਪੈਰ ਪਾਉਣਾ ਪਊਗਾ। ਤਾਂ ਸਾਰਿਆਂ ਨੂੰ ਇਕਜੁੱਟ ਰਹਿਣਾ ਚਾਹੀਦਾ, ਅਫਵਾਹਾਂ ਤੋਂ ਬਚਣਾ ਚਾਹੀਦਾ ਵਾ। ਇਹੀ ਮਤਲਬ ਜ਼ਰੂਰੀ ਆ, ਇੱਥੇ ਅਫਵਾਹਾਂ ਤੋਂ ਜ਼ਰੂਰ ਬਚਣਾ ਚਾਹੀਦਾ ਸਾਰਿਆਂ ਨੂੰ। ਭੈਣਾਂ ਦੇ ਵਿੱਚ ਕਿੱਦਾਂ ਦੀਆਂ ਗੱਲਾਂ ਚੱਲਦੀਆਂ ਨੇ? ਤੁਹਾਡੇ ਆਪਣੇ ਪਰਿਵਾਰ ਦੇ ਵਿੱਚ ਭੈਣ ਹੋਏਗੀ, ਤੁਹਾਡੀ ਮਾਵਾਂ ਹੋਣਗੀਆਂ, ਲੇਡੀਜ਼ ਕੀ ਕਹਿੰਦੀਆਂ ਨੇ ਇਸ ਚੀਜ਼ ਨੂੰ ਲੈ ਕੇ? ਜੀ ਲੇਡੀਜ਼ ਤੇ ਦਰਅਸਲ 26 ਵਾਲੇ ਦਿਨ ਜੋ ਵੀ ਇੱਥੇ ਹੋਇਆ ਸਾਰਿਆਂ ਨੂੰ ਪਤਾ ਵਾ। ਮਾਹੌਲ ਜ਼ਿਆਦਾਤਰ ਲੋਕਾਂ ਨੂੰ ਕੀ ਸੀ, ਲੋਕ ਡਰਨ ਦਾ ਮਾਹੌਲ, ਜਿਹੜਾ ਗੋਦੀ ਮੀਡੀਆ ਉਹਨੇ ਜ਼ਿਆਦਾ ਹੋਰ ਕੁਝ ਦਿਖਾਇਆ, ਉਹਨੇ ਮਤਲਬ ਨੈਗੇਟਿਵਿਟੀ ਜ਼ਿਆਦਾ ਦਿਖਾ ਦਿੱਤੀ। ਲੋਕ ਡਰੇ ਪਏ ਸੀ ਜ਼ਿਆਦਾ। ਪਰ ਹੁਣ ਨਹੀਂ, ਹੁਣ ਅਸੀਂ ਆ ਕੇ ਤੁਹਾਡੇ ਮਾਧਿਅਮ ਰਾਹੀਂ ਵੀ ਕਹਿ ਰਹੇ ਹਾਂ, ਜਾਂ ਸਾਡੀ ਗੱਲਬਾਤ ਵੀ ਹੋ ਰਹੀ ਆ, ਘਰਾਂ ਦੀ ਗੱਲਬਾਤ ਵੀ ਹੋ ਰਹੀ ਆ, ਪਰਿਵਾਰ ਨਾਲ ਗੱਲਬਾਤ, ਭੈਣਾਂ ਨਾਲ ਗੱਲਬਾਤ ਹੋ ਰਹੀ ਆ। ਨਹੀਂ, ਉਹਨਾਂ ਨੂੰ ਦੱਸ ਰਹੇ ਆ ਕਿ ਇੱਥੇ ਮਾਹੌਲ ਹੋਰ ਕੁਝ ਹੈ। ਇੱਥੋਂ ਅਸੀਂ ਵੀਡੀਓ ਵੀ ਬਣਾ ਕੇ ਸੈਂਡ ਕਰ ਰਹੇ ਹਾਂ ਬਕਾਇਦਾ, ਜੋ ਵੀ ਸਿਸਟਮ ਆ, ਸਾਰਾ ਭਾਈਚਾਰਾ ਇੱਕ ਵਾ। ਕੋਈ ਡਰਨ ਦੀ ਲੋੜ ਨਹੀਂ ਹੈ। ਸਾਰੇ ਪੰਜਾਬ ਨੂੰ, ਹਰਿਆਣਾ, ਯੂਪੀ, ਬਿਹਾਰ, ਸਾਰੇ ਇੰਡੀਆ ਨੂੰ ਮਤਲਬ ਇਸ ਕਿਸਾਨੀ ਦੇ ਮਾਮਲੇ ਵਿੱਚ ਡਟਣਾ ਚਾਹੀਦਾ, ਡਟ ਕੇ ਖੜੋਣਾ ਚਾਹੀਦਾ ਵਾ। ਕਿਉਂਕਿ ਕਿਸਾਨੀ ਤੋਂ ਉੱਪਰ ਕੋਈ ਨਹੀਂ। ਸਾਡੇ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਧਰਮ ਕਿਸਾਨੀ ਦੱਸਿਆ। ਉਹਨਾਂ ਨੇ ਵੀ ਖੁਦ ਹਲ ਚਲਾਏ ਖੇਤਾਂ ਵਿੱਚ, ਸਾਨੂੰ ਕਿਰਤ ਕਰਨੀ ਦੱਸੀ ਆ ਜੀ। ਉਤੋਂ ਕਿਸਾਨੀ ਤੋਂ ਉੱਪਰ ਕੋਈ ਮੁੱਦਾ ਨਹੀਂਗਾ। ਪਹਿਲਾਂ ਇਹਨੂੰ ਹੱਲ ਕਰੋ, ਬਾਕੀ ਆਪਾਂ ਮੁੱਦੇ ਬਾਅਦ ਵਿੱਚ ਦੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ ਜੀ। ਇਹ ਦੁਆਬੇ ਵਾਲੇ ਵੀਰ ਨੇ ਜੀ। ਹੋਰ ਆਪਾਂ ਅੱਗੇ ਵਧਦੇ ਹਾਂ। ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਹਮਣੇ ਤਸਵੀਰਾਂ ਨੇ। ਸਾਰੇ ਵੀਰ ਦੁਆਬੇ ਤੋਂ ਆਏ ਨੇ। ਆ ਵੀਰ ਇੱਕ ਬਾਹਰ ਰਹਿ ਗਿਆ, ਇਹਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੀਰ ਜੀ, ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਦਾ ਮਾਹੌਲ? ਤੁਸੀਂ ਦੁਆਬੇ ਚੋਂ ਆਏ ਹੋ, ਕਿਵੇਂ ਲੱਗਦਾ ਤੁਹਾਨੂੰ? ਬਾਹਰ ਤੁਰ ਫਿਰ ਕੇ ਆਏ ਹੋ। ਹਾਂਜੀ ਭਾਜੀ, ਪਹਿਲਾਂ ਸਰਕਾਰ ਟੀਵੀ ਦਾ ਬਹੁਤ ਦਿਲੋਂ ਥੈਂਕ ਯੂ ਆ, ਸਾਡੇ ਕੋਲ ਆਇਆ ਚੱਲ ਕੇ, ਬਹੁਤ ਥੈਂਕ ਯੂ ਆ ਤੇ ਬਹੁਤ ਥੈਂਕ ਯੂ ਕਰਦੇ ਆ ਅਸੀਂ ਪਿੰਡ ਢਵੀਨੀ ਸੰਗਤ ਦਾ, ਬਹੁਤ ਦਿਲੋਂ ਤਹਿ ਸ਼ੁਕਰੀਆ ਕਰਦੇ ਆ। ਸਾਰੇ ਮੁੰਡੇ ਇਕੱਠੇ ਹੋ ਕੇ ਆਏ, ਧਰਨੇ ਦੇ ਆਏ। ਤੁਸੀਂ ਕੀ ਕੰਮ ਕਰਦੇ ਹੋ? ਆਪਣਾ ਕਿੱਤਾ ਕੀ ਹੈ ਤੁਹਾਡਾ, ਜਾਂ ਇਸ ਕਿੱਤੇ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? ਮੈਂ ਭਾਜੀ ਪਹਿਲਾਂ ਕਬੱਡੀ ਪਲੇਅਰ ਸੀ, ਕਬੱਡੀ ਪਲੇਅਰ ਹੈ। ਇੰਟਰਨੈਸ਼ਨਲ ਸਪੋਰਟਸ ਮੈਨ ਹੈ। ਅੱਛਾ ਜੀ। ਹਾਂਜੀ। ਤੇ ਜਿਹੜਾ ਹੈਗਾ ਖਾੜਿਆਂ ਦੇ ਵਿੱਚ ਘੁਲਣਾ, ਅੱਜ ਇੱਥੇ ਸਰਕਾਰ ਦੇ ਲਈ ਨਾਲ ਤੁਸੀਂ ਜਿਹੜਾ ਹੈਗਾ ਉਹ ਦੋ ਹੱਥ ਕਰਨ ਦੇ ਲਈ ਆਏ ਹੋ। ਉੱਥੇ ਕਬੱਡੀ ਦੀ ਸਾਂਝ ਪੈਂਦੀ ਸੀਗੀ, ਇੱਥੇ ਕਿਸਾਨੀ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਕਿਵੇਂ ਲੱਗਦਾ? ਇਹ ਤਾਂ ਬਹੁਤ ਵੱਡਾ ਘੋਲ ਆ ਭਾਜੀ ਆਪਣੇ ਯੋਧਿਆਂ ਦਾ, ਤੇ ਉਹਦੇ 'ਚ ਹਾਜ਼ਰ ਹੋਏ ਆ ਹੁਣ, ਤੇ ਮਹਾਰਾਜ ਕਰੇ ਜਿੱਤ ਕੇ ਜਾਈਏ ਸਾਰੇ। ਜਿਵੇਂ ਉੱਥੇ ਕੈਂਚੀਆਂ ਪੈਂਦੀਆਂ ਸੀਗੀਆਂ, ਲੱਗਦਾ ਵੀ ਇੱਥੇ ਵੀ ਕੈਂਚੀਆਂ ਮਾਰ ਰਹੇ ਨੇ ਬਜ਼ੁਰਗ ਵੀ, ਖਾਸ ਕਰ ਨੌਜਵਾਨ ਬਜ਼ੁਰਗ। ਬਹੁਤ ਵੱਡਾ ਹੌਸਲਾ ਭਾਜੀ ਉਹਨਾਂ ਦਾ। ਦੇਖ ਲਓ ਟਰਾਲੀ ਤੇ ਟਰਾਲੀ ਲੰਗਰ ਚੱਲ ਰਿਹਾ ਜ਼ੋਰਾਂ ਤੇ। ਬਹੁਤ ਮਹਾਰਾਜ ਦੀ ਮਿਹਰ ਆ, ਜਿੱਤ ਕੇ ਜਾਵਾਂਗੇ ਭਾਜੀ। ਕਿਵੇਂ ਲੱਗਦਾ ਸੀ ਜਦ ਘੋਲ ਕਰਨ ਦੇ ਲਈ ਜਾਂਦੇ ਸੀ, ਕਬੱਡੀ ਖੇਡਣ ਦੇ ਲਈ ਜਾਂਦੇ ਸੀਗੇ? ਮਨ ਦੇ ਵਿੱਚ ਤਾਂ ਇਹ ਚੀਜ਼ ਹੁੰਦੀ ਆ ਵੀ ਅਸੀਂ ਜਿੱਤ ਕੇ ਹੀ ਵਾਪਸ ਆਉਣਾ। ਕਦੇ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੋਏਗਾ। ਇੱਥੇ ਤੇ ਨਹੀਂ ਲੱਗਦਾ ਵੀ ਯਾਰ ਕਿਤੇ ਜਿਵੇਂ ਉੱਥੇ ਪਾੜੇ ਵਿੱਚ ਹਾਰ ਜਾਂਦੇ ਸੀ, ਕਿਤੇ ਇੱਥੇ ਹਾਰ ਕੇ ਨਾ ਘਰਾਂ ਨੂੰ ਵਾਪਸ ਚਲੇ ਜਾਈਏ? ਇਹ ਭਾਜੀ ਜਿੱਦਾਂ ਕਿ ਅਸੀਂ ਘੁੰਮ ਫਿਰ ਕੇ ਦੇਖਿਆ, ਬਾਹਰ ਖੇਡਣ ਜਾਂਦੇ ਰਹੇ, ਉਹਨਾਂ ਸਰਕਾਰਾਂ ਦੇ ਬਹੁਤ ਸਪੋਰਟ ਆ ਜ਼ਿਮੀਂਦਾਰਾਂ ਨੂੰ। ਆਪਣੀ ਸਰਕਾਰਾਂ ਦਾ ਵਤੀਰਾ ਬਹੁਤ ਗੁੱਡ ਨਿਗਾ ਜ਼ਿਮੀਂਦਾਰ ਵਾਸਤੇ। ਤੇ ਪਰ ਕੋਈ ਚੱਕਰ ਨਹੀਂ ਭਾਜੀ, ਯੋਧਿਆਂ ਦੇ ਬਹੁਤ ਵੱਡੇ ਹੌਸਲੇ ਆ, ਜਿੱਤ ਕੇ ਜਾਵਾਂਗੇ ਭਾਜੀ, ਮਹਾਰਾਜ ਦੀ ਕਿਰਪਾ ਪੂਰੀ। ਸਾਰਿਆਂ ਦੇ ਬੁਲੰਦ ਹੌਸਲੇ ਨੇ। ਹੋਰ ਅੱਗੇ ਵਧਦੇ ਆ। ਵੀਰ, ਅਖੀਰ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ ਤੁਸੀਂ? ਸਾਰੇ ਦੁਆਬੇ ਵਾਲੇ ਵੀਰ ਸਾਂਝੇ ਤੌਰ ਤੇ ਜਿਹੜੀਆਂ ਤੁਸੀਂ ਇੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਹੋ, ਖਾਸ ਕਰ ਪੰਜਾਬ ਦੇ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ? ਜੀ ਆਪਾਂ ਦੇਖ ਰਹੇ ਹਾਂ ਬਹੁਤ ਮਤਲਬ ਤਕੜੀ ਜੰਗ ਆ ਇਹ, ਕੋਈ ਛੋਟਾ ਮੋਟਾ ਮੁੱਦਾ ਨਹੀਂਗਾ। ਬਹੁਤ ਹਾਈ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਗੱਲਾਂ ਹੋ ਰਹੀਆਂ ਵਾ ਦਿਨ ਰਾਤ। ਮਤਲਬ ਇਹਦੇ ਬਾਰੇ ਆਪਾਂ ਖਬਰਾਂ ਦੇਖ ਰਹੇ ਹਾਂ, ਤਾਂ ਨੀਂਦ ਜੀ ਨਹੀਂ ਆਉਂਦੀ ਰਾਤ ਨੂੰ ਵੀ। ਕਈ ਵਾਰੀ ਬੰਦਾ ਸੋਚਦਾ, ਪਰ ਮੈਂ ਥੋੜਾ ਤੁਹਾਨੂੰ ਆਪਦਾ ਸੋਚ ਦੱਸਣਾ ਚਾਹੁੰਦਾ। ਥੋੜੀ ਕਵਿਤਾ ਲਿਖੀ ਮੈਂ, ਇੱਕ ਚੰਦ ਸ਼ਬਦਾਂ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਕਰਾਂਗਾ।
ਨਾ ਜ਼ਮੀਰ ਦੇ ਸੌਦੇ ਕਰਾਂਗੇ ਭਾਵੇਂ ਠੰਡ ਵਿੱਚ ਠਰਾਂਗੇ। ਇਤਿਹਾਸ ਫਰੋਲ ਨਹੀਂ ਸਰਕਾਰੇ ਨਾ ਬਹੁਤੀਆਂ ਗੱਲਾਂ ਕਰਾਂਗੇ। ਸੱਚ ਦੀ ਹੁੰਦੀ ਜਿੱਤ ਝੂਠ ਰਹਿੰਦਾ ਡਰਦਾ। ਕਿੱਥੇ ਗਏ ਬਾਬਰ ਵਰਗੇ ਸਮਾਂ ਗਵਾਹੀ ਭਰਦਾ। ਅਸੀਂ ਭੁੱਲੇ ਨਹੀਂ ਵੱਡਿਆਂ ਨੇ ਗੱਲ ਜੋ ਕਹੀ। ਯਾਦ ਰੱਖਿਓ ਬਾਬੇ ਬੰਦੇ ਹੁਣੀ ਇੱਥੋਂ ਦੇ ਹੀ ਸੀ। ਭੰਨਣੀ ਆਉਂਦੀ ਸਾਨੂੰ ਅੜੀ ਸਰਕਾਰਾਂ ਦੀ। ਚੰਗੀ ਤਰ੍ਹਾਂ ਨਬਜ ਪਛਾਣਦੇ ਹਾਂ ਦੇਸ਼ ਦੇ ਗਦਾਰਾਂ ਦੀ। ਤੁਸੀਂ ਸਮਝਦੇ ਇਹਨਾਂ ਵਿੱਚ ਹੈ ਨਹੀਂ ਕੋਈ ਏਕਾ। ਬਸ ਥੋੜਾ ਟਾਈਮ ਸਾਰਾ ਕੱਢਣਾ ਭੁਲੇਖਾ। ਬਸ ਥੋੜਾ ਟਾਈਮ ਸਾਰਾ ਕੱਢਣਾ ਭੁਲੇਖਾ। ਸੋ ਮੈਂ ਇਹਨਾਂ ਚੰਦ ਲਾਈਨਾਂ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਥੋੜਾ ਟਾਈਮ ਆ, ਸਾਰਿਆਂ ਦਾ ਏਕਾ ਵਾ ਇੱਥੇ। ਬਸ ਭੁਲੇਖਾ ਨਿਕਲ ਜਾਣਾ ਵਾ ਸਾਡਾ। ਜੋ ਵੀ ਦੇਖ ਰਹੇ ਆ ਨਹੀਂ ਸਰਕਾਰ ਮੰਨ ਰਹੀ, ਪਰ ਮੰਨਣਾ ਪੈਣਾ ਵਾ, ਝੁਕਣਾ ਪੈਣਾ, ਕਿਉਂਕਿ ਬਹੁਤ ਦਿਨ ਨਹੀਂ ਇਹੋ ਜਿਹੀ ਲੀਡਰੀ ਚੱਲਦੀ ਹੁੰਦੀ ਆ। ਇਹੋ ਜਿਹੀ ਸਰਕਾਰ ਬਹੁਤ ਟਾਈਮ ਨਹੀਂ ਚੱਲਦੀ ਹੁੰਦੀ ਜੋ ਆਪਣੇ ਜਨਤਾ ਦੇ ਉੱਤੇ ਮਤਲਬ ਜਨਤਾ ਦੇ ਵਿਰੋਧ ਦੇ ਵਿੱਚ ਹੋਵੇ, ਨਾ ਹਾਂ ਪੱਖੀ ਨਾ ਨਾਰਾ ਲਾਵੇ। ਤੋ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਪੰਜਾਬ ਵਾਸੀਆਂ ਨੂੰ, ਇੰਡੀਆ ਦੇ ਵਾਸੀਆਂ ਨੂੰ, ਕਿ ਡਟੇ ਰਹਿਣਾ, ਹਾਰ ਨਹੀਂ ਮੰਨਣੀ। ਸੋ ਇਹਨੇ ਨਾਲ ਹੀ ਖਿਮਾ ਦਾ ਜਾਚਕ ਕਰਦਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਪੈਸ਼ਲ ਤੌਰ ਤੇ ਦੁਆਬੇ ਵਾਲੇ ਵੀਰਾਂ ਦਾ ਜਿਹੜਾ ਟੈਂਟ ਲਾਇਆ ਗਿਆ ਸੀ। ਹੌਸਲੇ ਦੇਖੋ, ਬਜ਼ੁਰਗਾਂ ਨੂੰ ਪੁੱਛਦੇ ਆ, ਘਰੋਂ ਫੋਨ ਤੇ ਨਹੀਂ ਆ ਰਹੇ, ਕਹਿ ਰਹੇ ਨੇ ਵੀ ਸਾਡੇ ਬੱਚੇ ਬਜ਼ੁਰਗ ਕਹਿੰਦੇ ਉਹ ਤਾਂ ਆਪ ਨਾਲ ਆਉਣਾ ਚਾਹੁੰਦੇ ਨੇ, ਕਹਿੰਦੇ ਬਾਪੂ ਜੀ ਅਸੀਂ ਵੀ ਇੱਥੇ ਪਹੁੰਚਣਾ। ਇਤਿਹਾਸ ਦੀ ਜਾਣਕਾਰੀ ਲੈਣੀ ਚਾਹੁੰਦੇ ਆ ਤੇ ਜਿਹੜੇ ਨੌਜਵਾਨ ਨੇ ਉਹ ਸਾਨੂੰ ਕਹਿੰਦੇ ਨੇ ਵੀ ਇਤਿਹਾਸ ਤੋਂ ਅਸੀਂ ਇਹੀ ਸਿੱਖਿਆ ਹੈ ਵੀ ਖੜ ਜਾਣਾ। ਜਿਵੇਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੀਹਾਂ ਦੇ ਵਿੱਚ ਖੜ ਕੇ ਸਾਨੂੰ ਇੱਕ ਸੱਚ ਦਾ ਸੁਨੇਹਾ ਦਿੰਦੇ ਨੇ। ਇਸੇ ਤਰ੍ਹਾਂ ਹੀ ਉਹਨਾਂ ਪੁਰਖਿਆਂ ਤੋਂ ਅਸੀਂ ਇਹੀ ਸਿੱਖਣਾ ਹੈ ਵੀ ਅਸੀਂ ਵੀ ਇੱਥੇ ਸੰਘਰਸ਼ ਦੇ ਲਈ ਖੜੇ ਹਾਂ। ਵੀਰ ਨੇ ਕਵਿਤਾ ਰੂਪ ਦੇ ਵਿੱਚ ਜਿਹੜਾ ਇਤਿਹਾਸ ਸਾਡੇ ਸਾਹਮਣੇ ਰੱਖਿਆ। ਇਦਾਂ ਦੀ ਜਾਣਕਾਰੀ ਜਿਹੜੀ ਫੀਲਡ ਦੇ ਵਿੱਚ ਚੱਲ ਰਹੀ ਹੈ, ਫੀਲਡ ਦੇ ਵਿੱਚ ਵਿਚਰਦਿਆਂ ਹੋਇਆਂ ਲੋਕ ਜਿਹੜੇ ਉਹ ਇੱਕ ਦੂਜੇ ਦੇ ਨਾਲ ਵਿਚਾਰਾਂ ਕਰਦੇ ਨੇ ਤੇ ਸਾਡੇ ਨਾਲ ਵੀ ਉਹੀ ਸਵਾਲਾਂ ਦੇ ਜਵਾਬ ਦਿੰਦੇ ਨੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ। ਕੋਈ ਰਸ਼ ਨਹੀਂ ਘਟਿਆ, ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ। ਪਹਿਲਾਂ ਨਾਲੋਂ ਵੀ ਜਿਹੜਾ ਜ਼ਿਆਦਾ ਹੈ ਇੱਥੇ ਰਸ਼ ਪੈਣਾ ਸ਼ੁਰੂ ਹੋ ਗਿਆ ਹੈ। ਨੌਜਵਾਨ, ਧੀਆਂ, ਭੈਣਾਂ, ਬਜ਼ੁਰਗ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਤੰਬੂ ਦੇ ਵਿੱਚ ਬੈਠਦੇ ਨੇ ਤੇ ਬੈਠ ਕੇ ਫੀਲਡ ਦੀਆਂ ਗੱਲਾਂ ਬਾਤਾਂ ਕਰਦੇ ਨੇ। ਕੁੰਡਲੀ ਬਾਰਡਰ ਤੋਂ ਅਮਰਪ੍ਰੀਤ ਸਿੰਘ ਗੁੱਜਰਵਾਲ, ਸੁਰਖਾਬ ਟੀਵੀ।